ਪਿਆਰੇ ਬੱਚਿਓ, ਪੀਐਸ ਦੇ ਪੇਪਰ ਦੀ ਤਿਆਰੀ ਦੇ ਲਈ ਅੱਜ ਆਪਾਂ ਤੀਸਰੀ ਜਮਾਤ ਦੀ ਵਾਤਾਵਰਨ ਸਿੱਖਿਆ ਦੀ ਵਰਕਸ਼ੀਟ ਨੰਬਰ 4 ਹੱਲ ਕਰਾਂਗੇ, ਜਿਸ ਵਿੱਚ ਅਸੀਂ 11 ਤੋਂ 20 ਤੱਕ ਦੇ ਪ੍ਰਸ਼ਨ ਅੱਜ ਹੱਲ ਕਰਾਂਗੇ। ਪਰ ਬੱਚਿਓ, ਇਸ ਵਰਕਸ਼ੀਟ ਨੂੰ ਤੁਸੀਂ ਸਾਰੇ ਤਾਂ ਹੀ ਹੱਲ ਕਰ ਸਕਦੇ ਹੋ ਜੇਕਰ ਤੁਹਾਨੂੰ ਤੁਹਾਡੀ ਵਾਤਾਵਰਨ ਸਿੱਖਿਆ ਦੀ ਕਿਤਾਬ ਦੇ ਪਹਿਲੇ 1 ਤੋਂ 11 ਪਾਠਾਂ ਦਾ ਗਿਆਨ ਹੋਵੇਗਾ ਤਾਂ ਚਲੋ ਫਿਰ ਆਓ ਚਲੀਏ ਦੇਖੀਏ ਫਿਰ ਸਾਡੇ ਪ੍ਰਸ਼ਨ। 11 ਨੰਬਰ ਪ੍ਰਸ਼ਨ ਦੇਖੋ, ਹਾਊਸ ਬੋਟ ਇੱਕ ਕਿਸ਼ਤੀ ਰੂਪੀ ਘਰ ਹੈ ਡੈਸ਼ ਜੋ ਝੀਲ ਵਿੱਚ ਪਾਣੀ 'ਤੇ ਤੈਰਦਾ ਹੈ, ਜੋ ਬਜਰੀ ਸੀਮਟ ਲੋਹੇ ਨਾਲ ਬਣਾਇਆ ਜਾਂਦਾ ਹੈ, ਜੋ ਟਾਇਰਾਂ ਉੱਤੇ ਰੁੜ ਸਕਦਾ ਹੈ, ਜੋ ਟੈਂਟ ਵਾਂਗ ਇਕੱਠਾ ਵੀ ਕੀਤਾ ਜਾ ਸਕਦਾ ਹੈ। ਦੱਸੋ ਬੱਚਿਓ, ਹਾਊਸ ਬੋਟ ਇੱਕ ਕਿਸ਼ਤੀ ਰੂਪੀ ਘਰ ਹੁੰਦਾ, ਉਹ ਕੀ ਹੁੰਦਾ? ਝੀਲ ਵਿੱਚ ਪਾਣੀ 'ਤੇ ਤੈਰਦਾ ਹੈ। ਪਹਿਲਾ ਵਿਕਲਪ ਬਿਲਕੁਲ ਠੀਕ ਹੈ ਕਿ ਹਾਊਸ ਬੋਟ ਇੱਕ ਕਿਸ਼ਤੀ ਰੂਪੀ ਘਰ ਹੈ ਜੋ ਝੀਲ ਵਿੱਚ ਪਾਣੀ 'ਤੇ ਤੈਰਦਾ ਹੈ। ਅਗਲਾ ਪ੍ਰਸ਼ਨ, ਪਹਾੜਾਂ ਵਿੱਚ ਢਲਾਣਦਾਰ ਛੱਤਾਂ ਵਾਲੇ ਘਰ ਬਣਾਏ ਜਾਂਦੇ ਹਨ ਕਿਉਂਕਿ ਉੱਥੇ ਬਹੁਤ ਗਰਮੀ ਹੁੰਦੀ ਹੈ, ਉੱਥੇ ਤੇਜ਼ ਹਵਾਵਾਂ ਚੱਲਦੀਆਂ ਹਨ, ਉੱਥੇ ਘੱਟ ਮੀਂਹ ਪੈਂਦਾ ਹੈ ਜਾਂ ਫਿਰ ਜ਼ਿਆਦਾ ਠੰਡ ਕਾਰਨ ਛੱਤਾਂ 'ਤੇ ਬਰਫ਼ ਜਮ੍ਹਾਂ ਹੋ ਜਾਂਦੀ ਹੈ। ਦੱਸੋ ਬੱਚਿਓ ਕਿ ਪਹਾੜਾਂ 'ਤੇ ਢਲਾਣਦਾਰ ਘਰ ਕਿਉਂ ਬਣਾਏ ਜਾਂਦੇ ਹਨ? ਬੱਚੇ, ਉੱਥੇ ਬਹੁਤ ਜ਼ਿਆਦਾ ਬਰਫ਼ ਪੈਂਦੀ ਹੈ, ਇਸ ਕਰਕੇ ਢਲਾਣਦਾਰ ਘਰ ਬਣਾਏ ਜਾਂਦੇ ਹਨ ਤਾਂ ਕਿ ਛੱਤਾਂ 'ਤੇ ਜ਼ਿਆਦਾ ਦੇਰ ਤੱਕ ਬਰਫ਼ ਜਮ੍ਹਾਂ ਨਾ ਰਹਿ ਸਕੇ ਅਤੇ ਉਹ ਛੇਤੀ ਰੁੜ ਕੇ ਹੇਠਾਂ ਆ ਸਕੇ। ਇਸ ਲਈ ਚੌਥਾ ਵਿਕਲਪ ਬਿਲਕੁਲ ਠੀਕ ਹੈ ਕਿ ਜ਼ਿਆਦਾ ਠੰਡ ਕਾਰਨ ਛੱਤਾਂ 'ਤੇ ਬਰਫ਼ ਹੋ ਜਾਂਦੀ ਹੈ, ਇਸ ਕਰਕੇ ਪਹਾੜਾਂ ਵਿੱਚ ਢਲਾਣਦਾਰ ਛੱਤਾਂ ਵਾਲੇ ਘਰ ਬਣਾਏ ਜਾਂਦੇ ਹਨ। ਅਗਲਾ ਪ੍ਰਸ਼ਨ, ਸਾਨੂੰ ਘਰ ਦੀ ਲੋੜ ਇਸ ਲਈ ਪੈਂਦੀ ਹੈ ਕਿਉਂਕਿ ਘਰ ਸਾਨੂੰ ਗਰਮੀ ਅਤੇ ਸਰਦੀ ਤੋਂ ਬਚਾਉਂਦੇ ਹਨ, ਘਰ ਸਾਨੂੰ ਜੰਗਲੀ ਜਾਨਵਰਾਂ ਤੋਂ ਬਚਾਉਂਦੇ ਹਨ, ਸਾਰਾ ਪਰਿਵਾਰ ਇੱਕ ਥਾਂ 'ਤੇ ਇਕੱਠੇ ਰਹਿ ਸਕਦਾ ਹੈ। ਉਪਰੋਕਤ ਸਾਰੇ। ਬੱਚਿਓ, ਸਾਨੂੰ ਘਰ ਦੀ ਲੋੜ ਕਿਉਂ ਪੈਂਦੀ ਹੈ? ਸਾਨੂੰ ਘਰ ਗਰਮੀ ਅਤੇ ਸਰਦੀ ਤੋਂ ਵੀ ਬਚਾਉਂਦਾ ਹੈ, ਸਾਨੂੰ ਜੰਗਲੀ ਜਾਨਵਰਾਂ ਤੋਂ ਵੀ ਬਚਾਉਂਦਾ ਹੈ, ਅਸੀਂ ਸਾਰੇ ਇਕੱਠੇ ਵੀ ਰਹਿ ਸਕਦੇ ਹਾਂ, ਇਸ ਲਈ ਚੌਥਾ ਵਿਕਲਪ ਬਿਲਕੁਲ ਠੀਕ ਹੈ, ਉਪਰੋਕਤ ਸਾਰੇ। ਅਗਲਾ ਪ੍ਰਸ਼ਨ, ਸ਼ੁਰੂ ਦੇ ਸਮੇਂ ਵਿੱਚ ਜਦੋਂ ਘਰ ਨਹੀਂ ਹੁੰਦੇ ਸਨ ਉਦੋਂ ਮਨੁੱਖ ਕਿੱਥੇ ਰਹਿੰਦਾ ਸੀ? ਹੋਟਲਾਂ ਵਿੱਚ, ਗੁਫਾਵਾਂ ਵਿੱਚ ਜਾਂ ਦਰਖਤਾਂ ਦੀਆਂ ਖੋੜਾਂ ਵਿੱਚ ਜਾਂ ਫਿਰ ਪਿੰਜਰੇ ਵਿੱਚ? ਦੱਸੋ ਬੱਚਿਓ ਕਿ ਪੁਰਾਣੇ ਸਮੇਂ ਵਿੱਚ ਹੋਟਲ ਹੁੰਦੇ ਸੀ? ਨਹੀਂ। ਪਿੰਜਰੇ? ਬਿਲਕੁਲ ਵੀ ਨਹੀਂ। ਇਸ ਲਈ ਪੁਰਾਣੇ ਦੇ ਸਮੇਂ ਵਿੱਚ ਜਦੋਂ ਘਰ ਨਹੀਂ ਹੁੰਦੇ ਸੀ ਉਦੋਂ ਮਨੁੱਖ ਗੁਫਾਵਾਂ ਵਿੱਚ ਜਾਂ ਦਰਖਤਾਂ 'ਤੇ ਰਹਿੰਦੇ ਹੁੰਦੇ ਸਨ। ਦੂਸਰਾ ਵਿਕਲਪ ਬਿਲਕੁਲ ਠੀਕ ਹੈ। ਅਗਲਾ ਪ੍ਰਸ਼ਨ, ਕੱਚਾ ਘਰ ਬਣਾਉਣ ਲਈ ਕਿਹੜੀ ਚੀਜ਼ ਦੀ ਜ਼ਰੂਰਤ ਨਹੀਂ ਪੈਂਦੀ? ਗਾਰੇ ਦੀ, ਘਾਹ ਫੂਸ ਦੀ, ਸੀਮਟ ਦੀ ਜਾਂ ਫਿਰ ਲੱਕੜ ਦੀ? ਬੱਚਿਓ, ਕੱਚਾ ਘਰ ਬਣਾਉਣ ਲਈ ਸਾਨੂੰ ਗਾਰੇ ਦੀ ਵੀ ਲੋੜ ਹੁੰਦੀ ਹੈ, ਘਾਹ ਫੂਸ ਦੀ ਵੀ ਲੋੜ ਹੁੰਦੀ ਹੈ, ਲੱਕੜ ਦੀ ਵੀ ਲੋੜ ਹੁੰਦੀ ਹੈ, ਪਰ ਕੱਚਾ ਘਰ ਬਣਾਉਣ ਲਈ ਸਾਨੂੰ ਸੀਮਟ ਦੀ ਲੋੜ ਨਹੀਂ ਹੁੰਦੀ। ਇਸ ਲਈ ਕੱਚਾ ਘਰ ਬਣਾਉਣ ਲਈ ਸਾਨੂੰ ਕਿਹੜੀ ਚੀਜ਼ ਦੀ ਲੋੜ ਨਹੀਂ ਹੁੰਦੀ? ਸੀਮਟ ਦੀ। ਤੀਸਰਾ ਵਿਕਲਪ ਬਿਲਕੁਲ ਠੀਕ ਹੈ। 16 ਨੰਬਰ ਪ੍ਰਸ਼ਨ ਦੇਖੋ ਬੱਚਿਓ, ਪੱਕਾ ਘਰ ਕਿਸ ਤੋਂ ਬਣਦਾ ਹੈ? ਘਾਹ ਫੂਸ ਅਤੇ ਕਾਨਿਆਂ ਦਾ, ਇੱਟਾਂ ਸੀਮਟ ਅਤੇ ਗੱਤੇ ਦਾ, ਲੱਕੜ ਅਤੇ ਘਾਹ ਫੂਸ ਨਾਲ ਜਾਂ ਫਿਰ ਇੱਟਾਂ ਸੀਮਟ ਪੱਥਰ ਅਤੇ ਲੋਹੇ ਤੋਂ? ਦੱਸੋ ਬੱਚਿਓ। ਦੇਖੋ ਬੱਚਿਓ, ਘਾਹ ਫੂਸ ਅਤੇ ਕਾਨਿਆਂ ਤੋਂ ਤਾਂ ਕੱਚਾ ਘਰ ਬਣਦਾ ਹੈ, ਇੱਟਾਂ ਸੀਮਟ ਨਾਲ ਤਾਂ ਪੱਕਾ ਬਣਦਾ ਹੈ, ਪਰ ਗੱਤੇ ਦਾ ਤਾਂ ਕਦੀ ਪੱਕਾ ਘਰ ਨਹੀਂ ਬਣਦਾ, ਇਸ ਲਈ ਦੂਸਰਾ ਵਿਕਲਪ ਵੀ ਗਲਤ ਹੈ। ਤੀਸਰਾ ਵਿਕਲਪ ਲੱਕੜ ਅਤੇ ਘਾਹ ਫੂਸ ਨਾਲ, ਇਹ ਵੀ ਵਿਕਲਪ ਗਲਤ ਹੈ ਕਿਉਂਕਿ ਇਹਦੇ ਨਾਲ ਤਾਂ ਕੱਚਾ ਘਰ ਬਣਦਾ ਹੈ। ਚੌਥਾ ਵਿਕਲਪ ਇੱਟਾਂ ਸੀਮਟ ਪੱਥਰ ਅਤੇ ਲੋਹੇ ਤੋਂ, ਬਿਲਕੁਲ ਸਹੀ, ਇਹਨਾਂ ਚੀਜ਼ਾਂ ਤੋਂ ਤਾਂ ਪੱਕਾ ਘਰ ਬਣਦਾ ਹੈ, ਇਸ ਲਈ ਚੌਥਾ ਵਿਕਲਪ ਬਿਲਕੁਲ ਸਹੀ ਹੈ ਕਿ ਇੱਟਾਂ ਸੀਮਟ ਪੱਥਰ ਅਤੇ ਲੋਹੇ ਤੋਂ ਅਸੀਂ ਪੱਕਾ ਘਰ ਬਣਾਉਂਦੇ ਹਾਂ। ਅਗਲਾ ਪ੍ਰਸ਼ਨ, ਸੰਦੀਪ ਦਾ ਘਰ ਕੱਚਾ ਸੀ, ਮੀਂਹ ਅਤੇ ਹਨੇਰੀ ਨੇ ਉਸਨੂੰ ਢਾਹ ਦਿੱਤਾ ਕਿਉਂਕਿ? ਪਹਿਲਾ ਵਿਕਲਪ, ਉਹ ਇੱਟਾਂ ਅਤੇ ਸੀਮਟ ਨਾਲ ਮਜ਼ਬੂਤ ਬਣਿਆ ਹੋਇਆ ਸੀ। ਦੂਸਰਾ ਵਿਕਲਪ, ਉਹ ਗਾਰੇ ਅਤੇ ਘਾਹ ਫੂਸ ਦਾ ਬਣਿਆ ਹੋਇਆ ਸੀ। ਤੀਸਰਾ ਵਿਕਲਪ, ਉਸ ਵਿੱਚ ਵਧੇਰੇ ਖਿੜਕੀਆਂ ਅਤੇ ਰੋਸ਼ਨਦਾਨ ਸਨ। ਚੌਥਾ ਵਿਕਲਪ, ਉਹ ਰੱਸੀਆਂ ਅਤੇ ਕੱਪੜਿਆਂ ਦਾ ਬਣਿਆ ਸੀ। ਦੇਖੋ ਬੱਚਿਓ, ਸੰਦੀਪ ਦਾ ਘਰ ਕੱਚਾ ਸੀ ਤਾਂ ਫਿਰ ਦੱਸੋ ਕੱਚਾ ਘਰ ਕਿਸ ਚੀਜ਼ ਦਾ ਬਣਿਆ ਹੁੰਦਾ ਹੈ? ਇੱਟਾਂ ਸੀਮਟ ਦਾ? ਨਹੀਂ। ਉਹਦੇ ਵਿੱਚ ਵਧੇਰੇ ਖਿੜਕੀਆਂ ਹੁੰਦੀਆਂ ਹਨ? ਨਹੀਂ। ਉਹ ਰੱਸੀਆਂ ਅਤੇ ਕੱਪੜਿਆਂ ਦਾ ਬਣਿਆ ਹੁੰਦਾ ਹੈ? ਨਹੀਂ।
ਉਹ ਗਾਰੇ ਅਤੇ ਕਾਫੂਸ ਦਾ ਬਣਿਆ ਹੁੰਦਾ ਹੈ। ਇਸ ਲਈ ਦੂਸਰਾ ਵਿਕਲਪ ਬਿਲਕੁਲ ਠੀਕ ਹੈ ਕਿ ਸੰਦੀਪ ਦਾ ਘਰ ਕੱਚਾ ਸੀ। ਮੀਂਹ ਅਤੇ ਹਨੇਰੀ ਨੇ ਉਸ ਨੂੰ ਢਾਹ ਦਿੱਤਾ ਕਿਉਂਕਿ ਉਹ ਗਾਰੇ ਅਤੇ ਕਾਫੂਸ ਦਾ ਬਣਿਆ ਹੋਇਆ ਸੀ। ਅਗਲਾ ਪ੍ਰਸ਼ਨ, ਕੱਚੇ ਘਰਾਂ ਦੇ ਵੀ ਕੁਝ ਲਾਭ ਹੁੰਦੇ ਹਨ, ਜਿਵੇਂ ਉਹ ਮਹਿੰਗੇ ਬਣਦੇ ਹਨ, ਉਹਨਾਂ ਨੂੰ ਲਿਪਣਾ ਪੋਚਣਾ ਨਹੀਂ ਪੈਂਦਾ, ਉਹ ਠੰਡੇ ਅਤੇ ਹਵਾਦਾਰ ਹੁੰਦੇ ਹਨ, ਉਹ ਗਰਮੀ ਵਿੱਚ ਜਲਦੀ ਗਰਮ ਹੋ ਜਾਂਦੇ ਹਨ। ਦੱਸੋ ਬੱਚਿਓ ਕਿਹੜਾ ਲਾਭ ਹੁੰਦਾ ਹੈ? ਕੱਚੇ ਘਰ ਕੋਈ ਮਹਿੰਗੇ ਬਣਦੇ ਹੈ? ਨਹੀਂ, ਕੱਚੇ ਘਰਾਂ ਨੂੰ ਲਿਪਣਾ ਪੋਚਣਾ ਨਹੀਂ ਪੈਂਦਾ ਹੈ। ਕੱਚੇ ਘਰ ਠੰਡੇ ਅਤੇ ਹਵਾਦਾਰ ਹੁੰਦੇ ਹਨ। ਬਿਲਕੁਲ ਠੀਕ। ਤੀਸਰਾ ਵਿਕਲਪ ਬਿਲਕੁਲ ਠੀਕ ਹੈ ਕਿ ਕੱਚੇ ਘਰ ਠੰਡੇ ਅਤੇ ਹਵਾਦਾਰ ਹੁੰਦੇ ਹਨ। ਅਗਲਾ ਪ੍ਰਸ਼ਨ, ਸਿਆਲ ਵਿੱਚ ਪੰਜਾਬੀ ਲੋਕ ਕੀ ਖਾਣਾ ਪਸੰਦ ਕਰਦੇ ਹਨ? ਮੋਮੋਸ, ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ, ਬਾਟੀ ਚੂਰਮਾ ਜਾਂ ਫਿਰ ਬਰਗਰ। ਦੱਸੋ ਬੱਚਿਓ, ਆਪਾਂ ਪੰਜਾਬੀ ਹਾਂ, ਆਪਾਂ ਸਰਦੀ ਦੇ ਵਿੱਚ, ਸਿਆਲ ਦੇ ਵਿੱਚ ਕੀ ਖਾਣਾ ਪਸੰਦ ਕਰਦੇ ਹਾਂ? ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ। ਦੂਸਰਾ ਵਿਕਲਪ ਬਿਲਕੁਲ ਠੀਕ ਹੈ। ਅਗਲਾ ਪ੍ਰਸ਼ਨ, ਤੁਲਸੀ, ਪੁਦੀਨਾ, ਮਰੂਆ ਅਤੇ ਧਨੀਏ ਦੇ ਪੱਤੇ ਕੀ ਹੁੰਦੇ ਹਨ? ਬਿਨਾਂ ਖੁਸ਼ਬੂ ਤੋਂ ਹੁੰਦੇ ਹਨ, ਲਾਲ ਹੁੰਦੇ ਹਨ, ਕੌੜੇ ਹੁੰਦੇ ਹਨ ਜਾਂ ਫਿਰ ਖੁਸ਼ਬੂਦਾਰ ਹੁੰਦੇ ਹਨ? ਬੱਚਿਓ, ਆਪਾਂ ਸਾਰਿਆਂ ਨੂੰ ਪਤਾ ਹੈ ਕਿ ਤੁਲਸੀ, ਪੁਦੀਨਾ, ਧਨੀਆ, ਇਹਨਾਂ ਦੇ ਪੱਤਿਆਂ ਵਿੱਚੋਂ ਕਿੰਨੀ ਸੋਹਣੀ ਖੁਸ਼ਬੂ ਆਉਂਦੀ ਹੈ, ਤਾਂ ਇਹ ਖੁਸ਼ਬੂਦਾਰ ਹੁੰਦੇ ਹਨ। ਚੌਥਾ ਵਿਕਲਪ ਬਿਲਕੁਲ ਠੀਕ ਹੈ। ਬੱਚਿਓ, ਇਹਨਾਂ ਪ੍ਰਸ਼ਨਾਂ ਦੀ ਤੁਸੀਂ ਘਰ ਵਿੱਚ ਫਿਰ ਤੋਂ ਚੰਗੀ ਤਰ੍ਹਾਂ ਦੁਹਰਾਈ ਕਰਨੀ ਹੈ ਅਤੇ ਯਾਦ ਕਰਨਾ